Hello my dear students, myself Kiran Mitharu, working as SS Mistress at Government Middle School Kasimpur Shinav District Mansa. Hope you all are quite well. ਤੇ ਅੱਜ ਆਪਾਂ ਕਲਾਸ 6 ਦਾ ਚੈਪਟਰ 1 ਸਟਾਰਟ ਕਰਾਂਗੇ। ਤੇ ਤੁਸੀਂ ਦੇਖ ਰਹੇ ਹੋ ਆਪਣੀ ਇਸ ਵਾਰੀ ਬੁੱਕ ਚੇਂਜ ਹੋ ਗਈ ਹੈ 6th ਕਲਾਸ ਦੀ। ਇਸ ਵਾਰੀ ਨਿਊ ਬੁੱਕ ਹੈ ਆਪਣੀ ਮਾਈ ਇੰਗਲਿਸ਼ ਕੰਪੈਨੀਅਨ। ਠੀਕ ਹੈ, ਤੇ ਆ ਆਪਣੇ ਚੈਪਟਰਸ ਹੈਗੇ ਅੱਗੇ। ਇਹ ਦੇਖੋ, ਇਹ ਕੰਟੈਂਟਸ ਹੈ ਸਾਰੇ 12 ਚੈਪਟਰਸ ਹੈ ਟੋਟਲ। ਕੁਛ ਵਿੱਚੋਂ ਇਹਦੇ ਪੋਇਮਸ ਵੀ ਹੈਗੀਆਂ, ਬਾਕੀ ਲੈਸਨਸ ਹੈ। ਤੇ ਅੱਜ ਆਪਾਂ ਫਸਟ ਚੈਪਟਰ ਜਿਹੜਾ ਹੈ ਉਹ ਰੀਡ ਕਰਾਂਗੇ। ਲੈਸਨ ਨੰਬਰ 1 ਦ ਫਾਰਮ ਹਾਊਸ ਕਾਊਜ਼। ਓਕੇ, ਤੇ ਸਭ ਤੋਂ ਪਹਿਲਾਂ ਇਹਦੇ 'ਚ ਇੱਕ ਐਕਟੀਵਿਟੀ ਹੈ। ਐਕਟੀਵਿਟੀ 'ਚ ਤੁਸੀਂ ਕੀ ਕਰਨਾ ਕਿ ਇਸ ਚੈਪਟਰ ਦੇ ਵਿੱਚ ਜਦੋਂ ਮੈਂ ਰੀਡ ਕਰਾਂਗੀ ਤੇ ਜਿਹੜੇ ਵੀ ਇਹਦੇ ਵਿੱਚੋਂ ਵਰਡਸ ਐਡਜੈਕਟਿਵਸ ਹੋਣਗੇ ਜਾਂ ਨਾਊਨ ਹੋਣਗੇ ਜਾਂ ਵਰਬਸ ਹੋਣਗੇ ਉਹਨਾਂ ਨੂੰ ਤੁਸੀਂ ਨੋਟ ਡਾਊਨ ਕਰਨਾ। ਠੀਕ ਹੈ, ਉਹਦੀ ਇੱਕ ਅਲੱਗ ਲਿਸਟ ਬਣਾਉਣੀ ਆ। ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਵੀ ਡਿਫੀਕਲਟ ਵਰਡਸ ਆ ਨਾਲ ਉਹਨੂੰ ਅੰਡਰਲਾਈਨ ਕਰਕੇ ਫਿਰ ਉਹਨਾਂ ਨੂੰ ਸਪੈਲਿੰਗਸ ਨੂੰ ਯਾਦ ਕਰਨਾ। ਠੀਕ ਹੈ, ਸੋ ਲੈਟ ਅਸ ਰੀਡ ਦ ਸਟੋਰੀ। Rajinder got very happy that his parents had bought a farm in a village where they were moving from a city. Rajinder बहुत खुश सी क्योंकि ਉਹਦੇ ਪੇਰੈਂਟਸ ਜਿਹੜੇ ਸੀ ਮਾਤਾ ਪਿਤਾ ਸੀ ਉਹਦੇ, ਉਹਨਾਂ ਨੇ ਇੱਕ ਪਿੰਡ ਦੇ ਵਿੱਚ ਖੇਤ ਖਰੀਦ ਲਿਆ ਸੀ ਤੇ ਹੁਣ ਉਹ ਆਪਣੀ ਸਿਟੀ ਤੋਂ ਸ਼ਹਿਰ ਤੋਂ ਪਿੰਡ ਦੇ ਵਿੱਚ ਜਾ ਰਹੇ ਸੀ। It was so different, ਤੇ ਉਹਦੇ ਲਈ ਇਹ ਬਿਲਕੁਲ ਅਲੱਗ ਸੀ। There were small green lanes instead of busy streets. ਸ਼ਹਿਰਾਂ ਨਾਲੋਂ ਪਿੰਡਾਂ ਦਾ ਜਿਹੜਾ ਮਾਹੌਲ ਹੁੰਦਾ ਬਿਲਕੁਲ ਅਲੱਗ ਹੁੰਦਾ ਨਾ। ਤੇ ਸ਼ਹਿਰਾਂ ਦੀਆਂ ਜਿਹੜੀਆਂ ਬਿਜ਼ੀ ਸਟਰੀਟਸ ਮਤਲਬ ਜਿਹੜੀ ਕਿ ਭੀੜ ਵਾਲੀਆਂ ਗਲੀਆਂ, ਉਹਦੀ ਬਜਾਏ ਇੱਥੇ ਛੋਟੀਆਂ ਛੋਟੀਆਂ ਗ੍ਰੀਨ ਲੇਨਸ ਮਤਲਬ ਤੰਗ ਜਿਹੀਆਂ ਸੜਕਾਂ ਸੀ। ਬਿਗ ਟਰੀਜ਼ ਇੰਸਟੈਡ ਆਫ ਟਾਲ ਬਿਲਡਿੰਗਸ, ਤੇ ਵੱਡੀਆਂ ਵੱਡੀਆਂ ਲੰਬੀਆਂ ਬਿਲਡਿੰਗਸ ਦੀ ਬਜਾਏ ਵੱਡੇ ਵੱਡੇ ਦਰਖਤ ਸੀ। ਐਂਡ ਅ ਲੋਟ ਆਫ ਐਨੀਮਲਸ ਐਂਡ ਬਰਡਸ, ਤੇ ਨਾਲ ਹੀ ਬਹੁਤ ਸਾਰੇ ਪਸ਼ੂ ਤੇ ਪੰਛੀ ਸੀ। ਰਜਿੰਦਰ ਕਾਊਂਟਡ ਦ ਐਨੀਮਲਸ ਐਂਡ ਸੈਡ ਟੂ ਹਿਜ਼ ਮਦਰ। ਰਜਿੰਦਰ ਨੇ ਸਾਰੇ ਜਿਹੜੇ ਐਨੀਮਲ ਸੀ ਉਹਨਾਂ ਨੂੰ ਗਿਣਿਆ ਤੇ ਆਪਣੀ ਮਦਰ ਨੂੰ ਕਿਹਾ ਦੇਰ ਆਰ 22 ਗੋਟਸ ਇਨ ਦ ਫੀਲਡਸ। ਕਿ ਕਹਿੰਦਾ ਕਿ ਖੇਤ ਦੇ ਵਿੱਚ 32 ਜਿਹੜੀਆਂ 32 ਗੋਟਸ ਹੈਗੀਆਂ ਬੱਕਰੀਆਂ ਐਂਡ 6 ਲਿਟਲ ਕਿਡਸ, ਤੇ 6 ਛੋਟੇ ਬੱਚੇ ਆ। ਕਿਹਨੂੰ ਕਿਹਾ ਉਹਨੇ? ਆਪਣੀ ਮੋਮ ਨੂੰ ਕਿਹਾ। ਸੈਡ ਰਜਿੰਦਰ ਟੂ ਹਿਜ਼ ਮਦਰ, ਉਹਨੇ ਆਪਣੀ ਮਦਰ ਨੂੰ ਕਿਹਾ। ਐਂਡ ਦੇਰ ਆਰ 9 ਹੋਰਸਿਸ ਐਟ ਦ ਫਾਰਮ, ਤੇ ਕਹਿੰਦਾ ਕਿ ਫਾਰਮ ਦੇ ਵਿੱਚ ਖੇਤ ਦੇ ਵਿੱਚ 9 ਘੋੜੇ ਵੀ ਹਨ। ਐਂਡ ਆਈ ਸੌ 2 ਰੈਬਿਟਸ ਦਿਸ ਮੋਰਨਿੰਗ ਐਂਡ ਅਬਾਊਟ 12 ਡਕਸ, ਤੇ ਕਹਿੰਦਾ ਕਿ ਮੈਂ ਇੱਥੇ 2 ਖਰਗੋਸ਼ ਵੀ ਦੇਖੇ ਸੀ ਸਵੇਰੇ ਤੇ ਲਗਭਗ 12 ਡਕਸ ਜਿਹੜੀਆਂ ਬੱਤਖਾਂ ਸੀ ਉਹ ਵੀ ਦੇਖੀਆਂ। I could not count them properly because they would not stay still in one place. ਤੇ ਮੈਂ ਉਹਨਾਂ ਨੂੰ ਕਿਹਾ ਚੰਗੀ ਤਰ੍ਹਾਂ ਕਾਊਂਟ ਨਹੀਂ ਕਰ ਸਕਿਆ ਕਿਉਂਕਿ ਉਹ ਇੱਕ ਜਗ੍ਹਾ ਤੇ ਖੜ ਨਹੀਂ ਸੀ ਰਹੀਆਂ। The hens would also not stay still, ਤੇ ਮੁਰਗੀਆਂ ਵੀ ਇੱਕ ਜਗ੍ਹਾ ਤੇ ਨਹੀਂ ਖੜ ਰਹੀਆਂ ਸੀ। ਆ ਨੀਚੇ ਦੇਖੋ ਪਿਕਚਰ, ਕਾਊਜ਼ ਦੀ ਪਿਕਚਰ ਹੈ ਨਾ, ਸਾਰੀਆਂ ਕਾਊਜ਼ ਖੜੀਆਂ। What about the cows? said his mother. ਤੇ ਫਿਰ ਉਹਦੀ ਮਦਰ ਨੇ ਪੁੱਛਿਆ, ਕਹਿੰਦੀ ਕਾਊਜ਼ ਬਾਰੇ ਵੀ ਦੱਸ ਕੁਛ, ਹੈ ਨਾ, ਗਾਵਾਂ ਬਾਰੇ ਵੀ ਦੱਸ। ਹੈਵ ਯੂ ਕਾਊਂਟਡ ਦੋਜ਼, ਕੀ ਤੂੰ ਉਹਨਾਂ ਨੂੰ ਕਾਊਂਟ ਕੀਤਾ ਸੀ, ਉਹਨਾਂ ਨੂੰ ਗਿਣਿਆ? I don't like cows, said Rajinder. They have big horns and they roar at me. ਕਹਿੰਦਾ ਮੈਨੂੰ, ਉਹਨੇ ਰਜਿੰਦਰ ਨੇ ਕਿਹਾ ਕਿ ਮੈਨੂੰ ਤਾਂ ਗਾਵਾਂ ਪਸੰਦ ਨਹੀਂ, ਮੈਂ ਗਾਵਾਂ ਨੂੰ ਪਸੰਦ ਨਹੀਂ ਕਰਦਾ। ਉਹਨਾਂ ਦੇ ਵੱਡੇ ਵੱਡੇ ਸਿੰਗ ਹੁੰਦੇ ਆ ਤੇ ਉਹ ਤਾਂ ਮੇਰੇ ਵੱਲ ਦੇਖ ਕੇ ਮਤਲਬ ਮੇਰੇ ਉੱਪਰ ਤੇ ਕਹਿੰਦਾ ਦਹਾੜ ਰਹੀਆਂ ਸੀ। ਓ ਨੋ, ਸੈਡ ਹਿਜ਼ ਮਦਰ, ਲਾਇਨਸ ਰੋਅਰ, ਕਾਊਜ਼ ਓਨਲੀ ਮੂਵ। ਤੇ ਫਿਰ ਉਹਦੀ ਮਦਰ ਨੇ ਉਹਨੂੰ ਕਿਹਾ, ਕਹਿੰਦੀ ਨਹੀਂ, ਜਿਹੜੇ ਸ਼ੇਰ ਹੁੰਦੇ ਆ ਉਹ ਦਹਾੜਦੇ ਆ, ਕਾਊਜ਼ ਓਨਲੀ ਮੂਵ। ਇਸ ਕਾਊਜ਼ ਦੀ ਜਿਹੜੀ ਆਵਾਜ਼ ਹੁੰਦੀ ਆ ਉਹ ਤਾਂ ਮੂਵ ਕਰਦੀਆਂ, ਉਹਨਾਂ ਦੀ ਸਾਊਂਡ ਮੂਵ ਹੁੰਦੀ ਆ। ਵੈਲ ਇਟ ਸਾਊਂਡ ਜਸਟ ਲਾਈਕ ਲਾਇਨਸ ਟੂ ਮੀ, ਸੈਡ ਰਜਿੰਦਰ। ਕਹਿੰਦਾ ਖੈਰ ਮੈਨੂੰ ਤਾਂ ਇਹ ਵੀ ਗਾਵਾਂ ਜਿਹੜੀਆਂ ਸੀ ਸ਼ੇਰ ਦੀ ਆਵਾਜ਼ ਵਰਗੀ ਲੱਗੀ ਇਹਨਾਂ ਦੀ ਆਵਾਜ਼।
ਰਜਿੰਦਰ ਨੇ ਕਿਹਾ, ਆਈ ਡੋਂਟ ਲਾਈਕ ਦ ਕਾਊਜ਼ ਐਟ ਆਲ, ਦੇ ਆਰ ਬੈਡ। ਮੈਂ ਇਹਨਾਂ ਨੂੰ ਪਸੰਦ ਨਹੀਂ ਕਰਦਾ, ਕਾਵਾਂ ਨੂੰ ਕਿਸੇ ਵੀ ਤਰੀਕੇ ਨਾਲ। ਕਹਿੰਦਾ ਮੈਂ ਕਾਊਜ਼ ਨੂੰ ਪਸੰਦ ਨਹੀਂ ਕਰਦਾ, ਤਾਂ ਗੰਦੀਆਂ ਆ, ਉਹ ਬੁਰੀਆਂ ਹੁੰਦੀਆਂ। ਨੋ, ਦੇ ਆਰ ਵੈਰੀ ਗੁੱਡ ਫਰੈਂਡਸ, ਦੇ ਗਿਵ ਅਸ ਡਿਲੀਸ਼ੀਅਸ ਗਿਫਟਸ, ਸੈਡ ਮਦਰ। ਫਿਰ ਮਦਰ ਨੇ ਕੀ ਕਿਹਾ, ਕਹਿੰਦੀ ਨਹੀਂ, ਉਹ ਤਾਂ ਆਪਣੀਆਂ ਬਹੁਤ ਵਧੀਆ ਦੋਸਤ ਹੁੰਦੀਆਂ, ਉਹ ਸਾਨੂੰ ਸਵਾਦੀ ਚੀਜ਼ਾਂ ਦਿੰਦੀਆਂ, ਗਿਫਟਸ ਦਿੰਦੇ ਆ। ਮਦਰ ਨੇ ਉਹਨੂੰ ਕਿਹਾ, ਸ਼ੀ ਟੁੱਕ ਡਾਊਨ ਅ ਜੱਗ ਆਫ ਮਿਲਕ। ਅਤੇ ਫਿਰ ਉਹਦੀ ਮਦਰ ਨੇ ਕੀ ਕੀਤਾ, ਇੱਕ ਜੱਗ ਨੀਚੇ ਰੱਖਿਆ। ਸ਼ੀ ਪੋਰਡ ਇਟ ਇਨਟੂ ਅ ਮੱਗ ਐਂਡ ਗੇਵ ਇਟ ਟੂ ਰਜਿੰਦਰ। ਫਿਰ ਉਹਨੂੰ ਮੱਗ 'ਚ ਪਾਇਆ ਅਤੇ ਉਹਨੇ ਰਜਿੰਦਰ ਨੂੰ ਦੇ ਦਿੱਤਾ। ਹੀ ਡਰੈਂਕ ਇਟ, ਉਹਨੇ ਫਿਰ ਕੀ ਕੀਤਾ, ਜਿਹੜਾ ਦੁੱਧ ਸੀ ਉਹ ਪੀਤਾ। ਸੋ ਡਿਡ ਦੈਟ ਕਮ ਫਰੋਮ ਦ ਕਾਊ, ਹੀ ਆਸਕਡ। ਫਿਰ ਉਹਨੇ ਪੁੱਛਿਆ, ਕਹਿੰਦਾ ਕਿ ਇਹ ਵੀ ਆਪਾਂ ਨੂੰ ਕਾਊ ਨੇ ਦਿੱਤਾ ਆ, ਕਿ ਇਹ ਵੀ ਆਪਾਂ ਨੂੰ ਗਾਂ ਨੇ ਦਿੱਤਾ ਸੀ। ਮਦਰ ਨੋਡਡ, ਵੈਲ ਇਟ ਵਾਜ਼ ਸਿੰਪਲੀ ਡਿਲੀਸ਼ੀਅਸ। ਅਤੇ ਉਹਦੇ ਮਦਰ ਨੇ ਵੀ ਸਿਰ ਹਿਲਾਇਆ, ਕਹਿੰਦੀ ਹਾਂ ਇਹ ਤਾਂ ਬਹੁਤ ਹੀ ਵਧੀਆ ਸੀ, ਬਹੁਤ ਟੇਸਟੀ ਸੀ। ਐਟ ਲੰਚ ਟਾਈਮ ਮਦਰ ਪੁੱਟ ਡਾਊਨ ਅ ਡਿਸ਼ ਆਫ ਸਵੀਟਨਡ ਐਪਲਸ ਫॉर ਰਜਿੰਦਰ। ਜਦੋਂ ਲੰਚ ਟਾਈਮ ਹੋਇਆ, ਮਦਰ ਨੇ, ਜਿਹੜੀ ਮਦਰ ਸੀ ਰਜਿੰਦਰ ਦੀ, ਉਹਨੇ ਰਜਿੰਦਰ ਦੇ ਲਈ ਮਿੱਠੇ ਐਪਲਸ ਦੀ ਡਿਸ਼ ਜਿਹੜੀ ਸੀ ਉਹ ਰੱਖੀ। ਹੀ ਲੁਕਡ ਅਰਾਊਂਡ ਫॉर ਦ ਕਸਟਰਡ ਦੈਟ ਮਦਰ ਯੂਜ਼ਲੀ ਮੇਡ ਫॉर ਹਿਮ ਵਿਦ ਦਿਸ ਡਿਸ਼। ਅਤੇ ਉਹਨੇ ਆਲੇ ਦੁਆਲੇ ਦੇਖਿਆ ਕਸਟਰਡ ਦੇ ਲਈ, ਜਿਹੜੀ ਕਿ ਆਮ ਤੌਰ 'ਤੇ ਉਹਦੀ ਮਦਰ ਇਸ ਡਿਸ਼ ਦੇ ਨਾਲ ਰੱਖਦੀ ਹੁੰਦੀ ਸੀ। ਦੇਰ ਵਾਜ਼ ਨਨ, ਪਰ ਉੱਥੇ ਨਹੀਂ ਸੀ। ਦ ਕਾਊ ਹੈਜ਼ ਸੈਂਡ ਯੂ ਦਿਸ ਗਿਫਟ ਇੰਸਟੈਡ। ਅਤੇ ਫਿਰ ਉਹਦੀ ਮਦਰ ਨੇ ਉਹਨੂੰ ਕਿਹਾ ਕਿ ਅੱਜ ਕਾਊ ਨੇ ਉਸ ਦੀ ਜਗ੍ਹਾ ਤੈਨੂੰ ਇਹ ਗਿਫਟ ਭੇਜਿਆ ਆ। ਸੈਡ ਮਦਰ ਐਂਡ ਸ਼ੀ ਗੇਵ ਰਜਿੰਦਰ ਅ ਲਿਟਲ ਜੱਗ ਫੁੱਲ ਆਫ ਥਿਕ ਕਰੀਮ। ਫਿਰ ਉਹਦੀ ਮਦਰ ਨੇ ਉਹਨੂੰ ਕਿਹਾ, ਅਤੇ ਉਹਨੇ ਜੱਗ, ਇੱਕ ਛੋਟਾ ਜਿਹਾ ਜੱਗ ਜਿਹਦੇ ਵਿੱਚ ਕੀ ਸੀ, ਥਿਕ ਕਰੀਮ, ਗਾੜੀ ਮਲਾਈ ਸੀ, ਉਹ ਭਰੀ ਹੋਇਆ, ਉਹਨੂੰ ਫੜਾ ਦਿੱਤਾ। ਹਾਊ ਲਵਲੀ ਇਟ ਵਾਜ਼, ਕਿੰਨਾ ਵਧੀਆ ਸੀ ਇਹ। ਰਜਿੰਦਰ ਪੋਰਡ ਇਟ ਆਲ ਓਵਰ ਹਿਜ਼ ਐਪਲਸ। ਅਤੇ ਰਜਿੰਦਰ ਨੇ ਸਾਰੇ ਆਪਣੇ ਐਪਲਸ ਦੇ ਉੱਪਰ, ਸੇਬ ਦੇ ਉੱਪਰ ਉਹ ਸਾਰਾ ਪਾ ਦਿੱਤਾ। ਠੀਕ ਹੈ, ਉਹਨੇ ਉੱਪਰ ਉਹਨੂੰ ਡੇਗ ਦਿੱਤਾ, ਉਹਦੇ ਖਿਲਾਰ ਦਿੱਤਾ। ਦੇ ਟੇਸਟਡ ਮੱਚ ਨਾਈਸਰ ਦੈਨ ਯੂਜੂਅਲ। ਅਤੇ ਉਹਨੂੰ ਪਹਿਲਾਂ ਨਾਲੋਂ ਵੀ ਉਹ ਚੀਜ਼ ਬਹੁਤ ਜ਼ਿਆਦਾ ਟੇਸਟੀ ਲੱਗੀ। ਸੋ ਦੈਟ ਕਮਸ ਫਰੋਮ ਦ ਕਾਊ ਟੂ, ਸੈਡ ਦ ਲਿਟਲ ਬੋਏ। ਫਿਰ ਉਹਨੇ ਛੋਟੇ ਲੜਕੇ ਨੇ ਪੁੱਛਿਆ, ਕਹਿੰਦਾ ਇਸ ਲਈ ਇਹ ਵੀ ਕਾਊ ਤੋਂ ਹੀ ਮਿਲਿਆ ਆਪਾਂ ਨੂੰ, ਮਤਲਬ ਇਹ ਵੀ ਚੀਜ਼ ਆਪਾਂ ਨੂੰ ਕਾਊ ਨਹੀਂ ਦਿੱਤੀ ਆ। ਵੈਲ ਇਟ ਮਸਟ ਬੀ ਅ ਵੈਰੀ ਕਾਇੰਡ ਐਨੀਮਲ। ਅਤੇ ਫਿਰ ਉਹਨੇ ਕਿਹਾ, ਕਹਿੰਦਾ ਜਿਹੜੀ ਕਾਊ ਆ ਉਹ ਤਾਂ ਬਹੁਤ ਹੀ ਦਿਆਲੂ ਜਾਨਵਰ ਆ। ਯੈਸ ਇਟ ਇਜ਼, ਫਿਰ ਹਾਂ ਉਹ ਤਾਂ ਹੈ। ਆਲ ਦੀਜ਼ ਥਿੰਗਸ ਆਰ ਮੇਡ ਆਫ ਕਾਊ ਮਿਲਕ। ਇਹ ਸਾਰੀਆਂ ਚੀਜ਼ਾਂ ਗਾਂ ਦੇ ਦੁੱਧ ਤੋਂ ਹੀ ਬਣੀਆਂ ਆ। ਸੈਡ ਮਦਰ, ਮਦਰ ਨੇ ਉਹਨੂੰ ਦੱਸਿਆ। ਰਜਿੰਦਰ ਵਾਜ਼ ਸਰਪ੍ਰਾਈਜ਼ ਟੂ ਨੋ ਦੈਟ ਕਾਊਜ਼ ਗਿਵ ਸੋ ਮਚ ਮਿਲਕ that his mother could make so many things out of it. ਰਜਿੰਦਰ was surprised, ਹੁਣ ਉਹਨੂੰ ਇਸ ਗੱਲ ਨੂੰ ਜਾਣ ਕੇ ਬੜੀ ਹੈਰਾਨੀ ਹੋਈ ਕਿ ਜੋ ਵੀ ਉਹਦੀ ਮਦਰ ਇੰਨੀਆਂ ਚੀਜ਼ਾਂ ਤਿਆਰ ਕਰਦੀ ਆ ਉਹ ਸਾਰੀਆਂ ਗਾਂ ਦੇ ਦੁੱਧ ਤੋਂ ਹੀ ਬਣਦੀਆਂ ਆ। At tea time, mother served a loaf of bread on the table with homemade jam. ਅਤੇ ਜਦੋਂ ਫਿਰ ਚਾਹ ਦਾ ਟਾਈਮ ਹੋਇਆ, ਮਦਰ ਨੇ, ਉਹਦੇ ਮਾਤਾ ਨੇ ਉਹਦੇ ਲਈ ਘਰ ਬਣਾਏ ਹੋਏ ਜੈਮ ਦੇ ਨਾਲ ਇੱਕ ਰੋਟੀ ਟੇਬਲ ਦੇ ਉੱਪਰ ਰੱਖੀ। ਯੂਜਲੀ ਦੇਰ ਵਰ ਸਲਾਈਸਿਸ ਆਫ ਬ੍ਰੈਡ ਐਂਡ ਬਟਰ। ਆਮ ਤੌਰ 'ਤੇ ਉਹਦੇ ਮਦਰ ਕੀ ਰੱਖਦੀ ਹੁੰਦੀ ਸੀ ਟੇਬਲ 'ਤੇ, ਜਾਂ ਤਾਂ ਉਹ ਬ੍ਰੈਡ ਬਟਰ ਰੱਖ ਦਿੰਦੇ ਸੀ, ਮਤਲਬ ਬ੍ਰੈਡ ਦੇ ਕੁਛ ਪੀਸਿਸ, ਅਤੇ ਨਾਲ ਉਹਦੇ ਮੱਖਣ ਰੱਖ ਦਿੰਦੇ ਹੁੰਦੇ ਸੀ। ਲੁੱਕ ਰਜਿੰਦਰ, ਦ ਕਾਊ ਹੈਜ਼ ਸੈਂਡ ਮੀ ਅ ਪ੍ਰੈਜ਼ੈਂਟ ਟੂ। ਅਤੇ ਰਜਿੰਦਰ ਨੂੰ ਕਿਹਾ, ਕਹਿੰਦੇ ਦੇਖੋ ਰਜਿੰਦਰ, ਗਾਂ ਨੇ ਇੱਕ ਹੋਰ ਆਪਣੇ ਲਈ ਤਾਂ ਪ੍ਰੈਜ਼ੈਂਟ ਦਿੱਤਾ ਆ। ਪ੍ਰੈਜ਼ੈਂਟ ਮੀਨਸ ਤੋਂ ਇੱਕ ਤੋਹਫਾ ਹੋਰ ਭੇਜਿਆ ਆ। ਮਦਰ ਲਿਫਟਿਡ ਅਪ ਦ ਲਿਡ ਆਫ ਦ ਚੀਜ਼ ਡਿਸ਼ ਐਂਡ ਅੰਡਰਨੀਥ ਰਜਿੰਦਰ ਸੋ ਅ ਬਿਗ ਲੰਪ ਆਫ ਹੋਮ ਮੇਡ ਚੀਜ਼। ਅਤੇ ਮਦਰ ਨੇ ਜਿਸ ਉਹ ਚੀਜ਼ ਡਿਸ਼ ਸੀ ਪਨੀਰ ਦੀ ਬਣਾਈ ਹੋਈ, ਉਹਦਾ ਢੱਕਣ ਚੁੱਕਿਆ, ਅਤੇ ਉਹਦੇ ਨੀਚੇ ਰਜਿੰਦਰ ਨੇ ਦੇਖਿਆ ਕਿ ਇੱਕ ਵੱਡਾ ਸਾਰਾ ਪਨੀਰ ਸੀ ਜੋ ਕਿ ਘਰ ਬਣਾਇਆ ਹੋਇਆ ਸੀ, ਉਹ ਪਿਆ ਸੀ। ਮਦਰ ਕੱਟ for herself a piece of cheese and said it was delicious. ਮਦਰ ਨੇ ਉਹਨਾਂ ਨੇ ਕੀ ਕੀਤਾ, ਉਹਦੇ ਵਿੱਚੋਂ ਇੱਕ ਪੀਸ ਕੱਟਿਆ, ਸਲਾਈਸ ਇੱਕ ਜਿਹੜਾ ਪਨੀਰ ਸੀ, ਅਤੇ ਉਹਨੇ ਕਿਹਾ, ਕਹਿੰਦੀ ਇਹ ਤਾਂ ਬਹੁਤ ਹੀ ਟੇਸਟੀ ਆ। May I put some on my loaf?
सैड रजिंदर। रजिंदर ने कहा, कहता कि मैं भी अपनी रोटी उपर थोड़ा जिहा लगा लवां। ओ माई गॉड, सैड रजिंदर, वॉट अ नाइस फ्रेंडली क्रिएचर द काउ इज़। कहता ओ मेरे परमात्मा। रजिंदर ने कहा, कहता किन्नी वधिया जीव आ जिहड़ी ये गां आ, तां किन्नी वधिया जीव है। आई विल नॉट हेट इट एनी मोर और बी फ्राइटेंड ऑफ इट। कहता कि मैं हुण इसनूं हेट नहीं करनी, इसनूं नफरत नहीं करनी, ते ना ही मैं इस तो डरना। देयर इज़ नो रीज़न टू बी, सैड मदर। ते मदर ने कहा कि अजिहा करन वाली कोई गल भी नहीं है, अजिहा करना नहीं चाहिए। आई शैल गो एंड स्टैंड ऑन द गेट दैट लीड्स टू द काउ फील्ड्स। ते ਉਹ ਕਹਿੰਦਾ कि मैं हुण की करना। रजिंदर ने कहा, I shall go and stand on the gate that leads to the cow fields and say thank you to the cows। कहता हुण मैं जावांगा ते जिथे गेट आ उत्थे खड़ के जिहड़ा रस्ते तो काऊ वाली फील्ड नूं रस्ता जांदा उत्थे खड़ा हो के मैं काउज़ नूं थैंक यू बोलना, उन्हां नूं धन्नवाद करना। सैड रजिंदर ने कहा, आई डोंट नो दे वर सो काइंड। कहता मैनूं तां पता नहीं सी भी वो इन्नियां दयालू हुंदियां आ, मैं नहीं सी जानदा इस गल। एंड नाउ रजिंदर इज़ नॉट अ बिट अफ्रेड ऑफ काउज़ एंड ही लाइक्स दैम वेरी मच। ते हुण रजिंदर गावां तो बिल्कुल नहीं सी डरदा ते हुण ओह उन्हां नूं पसंद कर रिहा सी। ही सेज दे आर हिज फ्रेंड्स। ते उसने कहा कि ਉਹ ਉਸਦੀਆਂ ਦੋਸਤ ਹਨ। ਵਟ ਡੂ ਯੂ ਸੇ, ਤੁਸੀਂ ਕੀ ਕਹਿੰਦੇ ਹੋ। ਇਹ ਸਟੋਰੀ ਪੜ੍ਹਨ ਤੋਂ ਬਾਅਦ ਤੁਹਾਡੀ ਕੀ ਥਿੰਕਿੰਗ ਹੈ ਐਨੀਮਲਸ ਦੇ ਲਈ। ਠੀਕ ਹੈ, ਰਜਿੰਦਰ ਨੇ ਤਾਂ ਸਾਰੀ ਉਹਦੀ ਥਿੰਕਿੰਗ ਚੇਂਜ ਕਰ ਲਈ ਕਿ ਐਨੀਮਲਸ ਜਿਹੜੇ ਹੁੰਦੇ ਆ ਉਹ ਫਰੈਂਡਲੀ ਹੁੰਦੇ ਆ, ਕਾਇੰਡ ਹੁੰਦੇ ਆ, ਕਿਉਂਕਿ ਆਪਾਂ ਨੂੰ ਉਹਨਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ, ਇਸ ਲਈ ਆਪਾਂ ਨੂੰ ਉਹਨਾਂ ਨੂੰ ਹੇਟ ਨਹੀਂ ਕਰਨੀ ਚਾਹੀਦੀ। ਠੀਕ ਹੈ ਨਾ। ਜਿਹੜੀ ਹੁਣ ਇਹ ਸਟੋਰੀ ਆ ਇਹ ਕਿਹਨੇ ਲਿਖੀ ਆ, ਰਾਈਟਰ ਕੌਣ ਆ। ਅਡੈਪਟਡ ਫਰੋਮ 5 o'clock tales ਬਾਏ ਐਨਿਡ ਬਲਾਈਟਨ। ਐਨਿਡ ਬਲਾਈਟਨ ਇਸ ਸਟੋਰੀ ਦੀ ਰਾਈਟਰ ਹੈ ਅਤੇ ਉਹਨਾਂ ਦੀ 5 o'clock tales ਇੱਕ ਬੁੱਕ ਹੈ, ਉਹਦੇ ਵਿੱਚੋਂ ਇਹ ਇੱਕ ਪਾਰਟ ਹੈ ਜਿਹਦੇ ਵਿੱਚੋਂ ਇਹ ਸਟੋਰੀ ਲਈ ਗਈ ਆ। ਅਤੇ ਐਨਿਡ ਬਲਾਈਟਨ ਜਿਹੜੇ ਹੈਗੇ ਆ ਉਹਨਾਂ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਾਂ ਕਿ ਐਨਿਡ ਬਲਾਈਟਨ ਜਿਹੜੇ ਸੀ ਉਹਨਾਂ ਦਾ ਪੂਰਾ ਨਾਮ ਸੀ ਐਨਿਡ ਮੈਰੀ ਬਲਾਈਟਨ ਅਤੇ ਉਹ ਇੱਕ ਇੰਗਲਿਸ਼ ਚਿਲਡਰਨਸ ਰਾਈਟਰ ਆ। ਮੀਨਸ ਉਹਨਾਂ ਨੇ ਬੱਚਿਆਂ ਦੇ ਲਈ ਜ਼ਿਆਦਾਤਰ ਲਿਖਿਆ। ਠੀਕ ਹੈ, ਬੱਚਿਆਂ ਦੇ ਲਈ ਸਟੋਰੀਜ਼ ਲਿਖੀਆਂ ਅਤੇ 1930 ਤੋਂ ਬਾਅਦ ਉਹਨਾਂ ਦੀਆਂ ਸਟੋਰੀਜ਼ ਜਿਹੜੀਆਂ ਉਹ ਵਰਲਡ ਬੈਸਟ ਸੈਲਰਸ ਰਹੀਆਂ ਕਿ ਜ਼ਿਆਦਾ ਉਹਨਾਂ ਦੀਆਂ ਜਿਹੜੀਆਂ ਬੁੱਕਸ ਆ ਉਹ ਸੇਲ ਹੋਈਆਂ ਆ ਅਤੇ ਉਹਨਾਂ ਨੂੰ ਅਬਾਊਟ 90 ਲੈਂਗੁਏਜ ਦੇ ਵਿੱਚ ਟਰਾਂਸਲੇਟ ਕੀਤਾ ਗਿਆ। ਠੀਕ ਹੈ, ਇੰਗਲਿਸ਼ ਦੇ ਵਿੱਚ ਲਿਖੀਆਂ ਹੋਈਆਂ ਸੀ ਅਤੇ ਉਸ ਤੋਂ ਇਲਾਵਾ 90 ਲੈਂਗੁਏਜਿਸ ਹੋਰ ਜਿਹੜੀਆਂ ਉਹਨਾਂ ਦੇ ਵਿੱਚ ਇਹਨਾਂ ਦੀਆਂ ਸਟੋਰੀਜ਼ ਨੂੰ ਟਰਾਂਸਲੇਟ ਕੀਤਾ ਗਿਆ। ਠੀਕ ਹੈ, ਕਿਸ ਤਰ੍ਹਾਂ ਦੀ ਲੱਗੀ ਸਟੋਰੀ, ਵਧੀਆ ਲੱਗੀ ਨਾ। ਹੁਣ ਤੁਸੀਂ ਇੱਕ ਵਾਰੀ ਆਪਣੇ ਲੈਵਲ 'ਤੇ ਵੀ ਇਸ ਚੈਪਟਰ ਨੂੰ ਰੀਡ ਕਰਨਾ ਬੁੱਕ ਦੇ ਵਿੱਚੋਂ ਅਤੇ ਵਰਡਸ ਫਾਈਂਡ ਆਊਟ ਕਰਨੇ ਆ, ਫਿਰ ਉਹਨਾਂ ਦੀ ਲਿਸਟ ਬਣਾਉਣੀ ਆ ਕਿ ਇਹਦੇ ਵਿੱਚ ਕਿਹੜੇ ਨਾਊਨਸ ਹੈ, ਕਿਹੜੇ ਵਰਬਸ ਹੈ, ਕਿਹੜੇ ਐਡਜੈਕਟਿਵਸ ਆ, ਪ੍ਰੋਨਾਊਨ ਆ। ਠੀਕ ਹੈ, ਉਹ ਤੁਸੀਂ ਪ੍ਰੈਕਟਿਸ ਕਰੋਗੇ। ਹਾਂਜੀ, ਇਸ ਤੋਂ ਬਾਅਦ ਹੁਣ ਬਾਕੀ ਬੁੱਕ ਐਕਸਰਸਾਈਜ਼ ਆ ਅਤੇ ਮੈਂ ਤੁਹਾਨੂੰ ਬੁੱਕ ਐਕਸਰਸਾਈਜ਼ ਦਾ ਸਾਰਾ ਇੱਕ ਵਾਰੀ ਤੁਹਾਨੂੰ ਸਮਝਾ ਦੇ ਰਹੀ ਹਾਂ, ਸਾਰਾ ਕੁਛ ਸਮਝਾ ਦੇਵਾਂਗੀ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਕਰਨਾ। ਅਤੇ ਸਭ ਤੋਂ ਪਹਿਲਾਂ ਦੇਖੋ ਐਕਟੀਵਿਟੀ 2, ਚੂਜ਼ ਸਾਊਂਡਸ ਆਫ ਐਨੀਮਲਸ ਫਰੋਮ ਦ ਗਿਵਨ ਬਾਕਸ, ਰਾਈਟ ਇਨ ਦ ਗਿਵਨ ਬਲੈਂਕ। ਅਤੇ ਇਸ ਐਕਟੀਵਿਟੀ 'ਚ ਉਹ ਕਹਿ ਰਿਹਾ ਕਿ ਨੀਚੇ 1 ਤੋਂ 8 ਤੱਕ ਐਨੀਮਲਸ ਦੇ ਨੇਮ ਦਿੱਤੇ ਹੋਏ ਆ ਅਤੇ ਸਾਹਮਣੇ ਬਲੈਂਕਸ ਦਿੱਤੀਆਂ ਹੋਈਆਂ। ਤੁਸੀਂ ਉੱਪਰਲੇ ਬਾਕਸ ਦੇ ਵਿੱਚੋਂ ਜਿਹੜੀਆਂ ਵੀ ਇਹਦੀਆਂ ਸਾਊਂਡਸ ਆ ਐਨੀਮਲਸ ਦੀਆਂ ਉਹ ਚੋਂ ਲੱਭ ਕੇ ਇਹਨਾਂ ਫਿਲਅਪਸ ਦੇ ਵਿੱਚ ਫਿਲ ਕਰਨੀਆਂ। ਜਿਸ ਤਰ੍ਹਾਂ ਐਗਜ਼ਾਮਪਲ ਦਿੱਤੀ ਹੋਈ ਆ ਉੱਪਰ, ਅ ਕਾਊ ਮੂਵਸ, ਅ ਲਾਇਨ ਰੋਅਰਸ। ਇਹ ਕਾਊ ਅਤੇ ਲਾਇਨ ਦੀ ਸਾਊਂਡ ਦਿੱਤੀ ਹੋਈ ਆ, ਨੀਚੇ ਤੁਸੀਂ ਸਾਰਿਆਂ ਦੀ ਕਰਨੀ ਆ। ਚਲੋ ਇੱਕ ਵਾਰੀ ਮੈਂ ਐਕਟੀਵਿਟੀ 2 ਤੁਹਾਨੂੰ ਆਪ ਦੱਸ ਦਿੰਦੀ ਹਾਂ। ਠੀਕ ਹੈ, ਬਾਕੀ ਦੀ ਮੈਂ ਸਿਰਫ ਸਮਝਾਵਾਂਗੀ, ਉਹ ਤੁਸੀਂ ਖੁਦ ਕਰਕੇ ਦੇਖਣਾ। ਦੇਖੋ ਸਭ ਤੋਂ ਪਹਿਲਾਂ ਕੀ ਹੈ, ਅ ਹੌਰਸ। ਠੀਕ ਹੈ, ਹੌਰਸ ਦਾ ਹੁਣ ਇਹਦੇ ਵਿੱਚੋਂ ਉੱਪਰ ਵਾਲੇ ਬਾਕਸ 'ਚੋਂ ਟਰਾਈ ਕਰੋ ਵੀ ਕੀ ਹੋ ਸਕਦਾ ਹੌਰਸ ਦਾ ਸਾਊਂਡ। ਹੌਰਸ ਦਾ ਸਾਊਂਡ ਹੈ ਫਸਟ ਨੰਬਰ ਵਾਲੀ, ਨਾਈ। ਠੀਕ ਹੈ, ਹੌਰਸ ਨਾਈਜ਼। ਸੈਕਿੰਡ ਨੰਬਰ 'ਤੇ ਕੀ ਆ, ਐਨ ਆਊਲ। ਅਤੇ ਆਊਲ ਦੇ ਕੀ ਆ, ਹੂਟਸ। ਠੀਕ ਹੈ,
सैकेंड नंबर ते hoots। नंबर 3 a goat। goat की साउंड की हुंदी है bleat। तुसी नोट करदे रहो नाल नाल, ठीक है। नंबर 4 a cow, सॉरी नंबर 4 a crow। crow दी की हुंदी है cow। नंबर 5 a parrot। parrot talk। नंबर 6 a frog croak। नंबर 7 donkey। donkey दी साउंड bray। एंड नंबर 8 a duck। duck दी की है quack। चलो ये सी इन्हां दियां साउंड्स। ते जिस तरह हुण मैं तुहानूं एक ट्रिक दसदी हां भी आपां इसनूं याद किस तरह करना। देखो सब तो पहले की सी नंबर 1 ते हॉर्स सी ना। हॉर्स दी आपां साउंड याद करन दे लई आपां की ट्रिक यूज़ कर सकदे हां कि हॉर्स बड़ा नाइस हुंदा है ना। आपां इस तरह कह सकदे हां भी हॉर्स की आ वो नाइस है, ते नाइस तो ही की बनिया नाई, ठीक है। वो लर्न हो जाऊगा तुहानूं। हॉर्स की आ नाइस हुंदा, नाइस एनिमल, ते इहदा की आ गया हॉर्स दी साउंड भी नाई। याद रह जाऊगा ना नंबर 1 ते हॉर्स नाई। सैकेंड नंबर ते सी ऑल। हुण देखो ऑल दे विच भी ओ सी, ठीक है ना। ते उधरों भी हूट्स, ਉਹਦੇ ਵਿੱਚ ਕੀ ਆ डबल ओ तो तुसी वो याद रख लो भी ऑल दी साउंड की आ हूट्स, ठीक है। अगे आ गया नंबर 3 अ गॉट। गॉट दी की साउंड है, गॉट दे पिछे भी टी है ना, गॉट, इनू याद रख लो ब्लीट, गॉट ब्लीट, ठीक है। इस तरीके नाल तुसी इनू याद रख सकते हैं। नैक्सट की आ गया अ क्रो। क्रो दा तो तुसी याद रख ही लोगे, काओ काओ दी आवाज़ सुनते रहंदे ना, क्रो काओ। अगे नंबर 5 अ पैरट। पैरट तो आपां नूं पता ना पैरट बोलते भी होंगे ना जिहड़े सिखे हुए होंगे पैरट्स, तो उहदा ते की आ गया टॉक, मीनस वो गल्लां करदा। नैक्सट आ गया फ्रॉग। फ्रॉग क्रोक, फ्रॉग क्रोक। इस तरीके नाल उहनूं तुसी मैच करके उहदी थोड़ी जी साउंड इस तरीके नाल याद करन दी कोशिश करना। अगे की आ गया अ डंकी। देखो डंकी दे पिछे भी वाई, ते इधरों ब्रे दे पिछे भी वाई, डंकी ब्रे। लास्ट वन डक। डक उहदे पिछे भी के, क्वैक इहदे पिछे भी के, डक क्वैक। इस तरीके दे नाल तुसी इहनूं एक ट्रिक दे तरह समझ के नूं याद करन दी कोशिश करनी है, क्योंकि बुक एक्सरसाइज है, नैचुरली है कि एग्जाम्स दे विच इहदे विचों आना ही है हुण, है ना। ते तुसी इहनूं इस तरीके दे नाल याद कर सकते हैं, ठीक है। बाकी मैं तुहानूं एक बारी सारी एक्टिविटीज़ क्लीयर कर दिंदी हां कि तुसी इहनूं किस तरीके नाल कंप्लीट करना। हाँ जी, एक्टिविटी 3 फिल इन द ब्लैंक्स, सिलेक्ट सूटेबल वर्ड्स फ्रॉम द स्टोरी। हाँ जी, हुण इत्थे तुहानूं 1 तो लैके 5 तक फिल इन द ब्लैंक्स तुसी फिल करनी आ, चैप्टर दे विचों ही आ ये स्टोरी दे। ते तुसी हुण जे स्टोरी सुनी आ ते तुसी ईजीली इहदे विचों लभ के इहनूं फिल कर सकदे आ। Rajinder was dash because his parents had moved to the village. Cows moo and lions dash. Number 3, cows send us a lot of dash. Rajinder pours dash on his apples. Number 5, mother eats a piece of dash at tea time. I think कि तुसी easily कर लोगे, क्योंकि हुण चैप्टर तुसी जिहड़ा सारा रीड कर लिया स्टोरी, तो हुण ईजीली तुसी फाइंड आउट कर सकते हैं कि इन्हां दे विच की आएगा। नैक्सट आ गया तुहाडा लर्निंग टू रीड एंड कंप्रीहेंड, एक्टिविटी 4। हाँ जी, हुण एक्टिविटी 4 च की करना, रीड ईच सेंटेंस, इफ इट्स करैक्ट राइट यस, और इफ इट इज़ नॉट करैक्ट दैन राइट नो इन द गिवन स्पेस। नीचे तुहानूं 1 तो 5 तक सेंटेंसिस दिते हुए आ, सामने ब्लैंक्स दिते हुए बॉक्स, तो उहदे विच जिहड़ा सेंटेंस तुहानूं लगदा ठीक है सही है उहदे अगे करैक्ट लिख दो, जिहड़ा लगदा कि गलत है अकॉर्डिंग टू स्टोरी तो उहदे अगे तुसी की लिख दो नो। हाँ जी, फर्स्ट हैगा राजिंदर्स फैमिली मूवड फ्रॉम कंट्री टू टाउन। हुण जे तुसी ध्यान नाल सुनिया तो तुहानूं पता चल जाएगा कि ये करैक्ट है या नहीं। नंबर 2, अ काओ moves. Number 3, a cow gives us a lot of presents. Number 4,
Rajinder appreciates the cow in the end. Number 5, Rajinder's mother says that cheese is a delicious thing. ठीक है, ये 5 sentences है, तुसी इत्थे yes or no लिखना. Next activity, activity 5, read the story and answer the following questions. हाँ जी, हुण स्टोरी तो रीड होगी, हुण उहदे विचों एक क्वेश्चन है, तुसी चैप्टर दे विचों आंसर्स लभने आ. फर्स्ट क्वेश्चन हैगा, व्हाट इज़ द नेम ऑफ द बॉय इन द स्टोरी. स्टोरी दे विच जिहड़ा बॉय सी उहदा नेम दसो की सी. नंबर 2, वेयर डिड द बॉय एंड हिज फैमिली कम फ्रॉम. वो लड़का जिहड़ा सी ते उहदा परिवार सी वो कित्थों आया सी. नंबर 3, वेयर डज द मिल्क कम फ्रॉम. दुध सानू कित्थों मिलदा है. नंबर 4, वट प्रेजेंट डज द मदर गैट फ्रॉम द काऊ. मदर नू काऊ तो किहड़ा गिफ्ट मिलिया सी. वट डज द बॉय से अबाउट द काऊ एट द एंड ऑफ द स्टोरी. लास्ट क्वेश्चन है कि स्टोरी दे लास्ट दे विच जिहड़ा बॉय सी ओह की सोचदा जां की कहंदा है ओह काऊ नू. ठीक है, ये 5 क्वेश्चनस है, ये तुसी स्टोरी दे विचों लभ के ते आंसर्स लिखने आ. लर्निंग लैंग्वेज, द नाउन. हाँ जी, सो हुण ग्रामर पोर्शन आ गया. अ नाउन इज़ अ नेमिंग वर्ड. इट मे बी अ पर्सन, एनिमल, थिंग एटसैक्ट्रा. हाँ जी, नाउन की हुंदा पता है ना आपां नूं, नाम. ठीक है, एक नेमिंग वर्ड किसी भी चीज़ का नाम. कोई पर्सन हो सकता, किसी व्यक्ति का हो सकता, जां किसी जगह का हो सकता, जां किसी जानवर का भी हो सकता, किसी चीज़ का भी हो सकता. ठीक है, सारे जिन्ने भी किसी के नाम होंगे उन्होंने आप कह दें नेमिंग वर्ड नाउन. Let us look at some sentences. Manpreet is a good boy. Chandigarh is a clean city. Snakes are friends of farmers. हाँ जी, कुछ वर्ड्स इतों बोल्ड दिते हुए ना. मनप्रीत, बॉय, चंडीगढ़, सिटी, स्नैक्स, फ्रेंड्स, फार्मर्स. द वर्ड्स इन बोल्ड्स आर नाउन्स. ਜਿਹੜੇ वर्ड्स बोल्डली दिते हुए इत्थे सारे की है नाउन्स. दे आर द नेम्स ऑफ अ पर्सन, प्लेस, एनिमल और थिंग. वो जां तां किसी व्यक्ति का नाम हो सकेगा तो जां किसी जगह का, जानवर का, जां फिर किसी चीज़ का. ठीक है, ये सी नाउन. एक्टिविटी 6, ये तुसी की करना. लुक एट द टेबल गिवन बिलो. ऑल द वर्ड्स आर नाउन्स. एड सम मोर टू द टेबल. नीचे एक टेबल दिता होया, ਉਹਦੇ ਵਿੱਚ फस्ट नंबर ते प्लेस आ, 2 ते पर्सन, दैन थिंग एंड एनिमल. काफ़ी तो दिते हुए आ प्लेसिस दे विच. देखो इंडिया, पंजाब, दिल्ली, पार्क, क्लास. इसी तरह पर्सन च राघव, दिवम, अमित, बॉयज़, गर्ल्स. नैक्सट है थिंग दित्ती हुई हैं, टॉय, फ्लावर्स, ऑरेंजेस, बैट, ट्री. एनिमल, डॉग, कैट, स्नैक, फॉक्स, वॉल्फ. ठीक है, ये बॉक्स के तुहानूं टेबल के ये वाले प्लेसिस, पर्सन, थिंग्स ते एनिमल ते नेम दिते हुए ते नीचे कुछ ब्लैंक छड्डियां हुई. ठीक है, तुसी उसी सेम सीक्वेंस के अकॉर्डिंग प्लेस वाली लाइन च तुसी कोई होर प्लेसिस के नाम लिख दो. तुसी सोच सकते हो कि अपने आले दुआले वाली जिहड़ियां प्लेसिस आ उन्हां दे नेम मैंशन कर दो इत्थे. ठीक है, अगे पर्सन. पर्सन दे विच तुसी अपनी फैमिली दे विचों किसी का नेम, फ्रेंड्स के नेम, होर कुछ भी. ठीक है, पर्सन दे वो लिख सकते हैं. नैक्सट थिंग. थिंग दे विच तुसी कोई भी चीज़ का नाम लिख सकते हैं. ठीक है, नैक्सट एनिमल्स. कुछ होर एनिमल्स के नेम तुहानूं पता होणगे, वो इस कॉलम च लास्ट वाले च फिल कर सकते हैं. ओके, हाँ जी. नाउ लेट अस फाइंड सम मोर इन्फॉर्मेशन ऑन नाउन्स. देयर आर डिफरेंट काइंड्स ऑफ नाउन्स. दे आर, हुण अगे इन्होंने टाइप्स दित्ती हुई नाउन्स दियाँ कि नाउन्स दियाँ अगे टाइप्स दित्ती हैं 5. कॉमन नाउन, प्रॉपर नाउन, कॉन्क्रीट नाउन, एब्सट्रैक्ट नाउन एंड कलैक्टिव नाउन. तो इन्हों भी तुसी लर्न करना कि किहड़ियां टाइप्स होंदियां, कितनियां टाइप्स होंदियां टोटल नाउन दियां. ठीक है, नाउन की डेफिनेशन ते नाउन दियां टाइप्स ये तुसी याद करनी, स्पैलिंग्स याद करने. लैट अस फर्स्ट अंडरस्टैंड द कॉमन एंड प्रॉपर नाउन. हाँ जी, सब तो पहला कॉमन नाउन नूं डिस्क्राइब किया है. अ कॉमन नाउन इज़ द नेम ऑफ पीपल और थिंग इन जनरल. एग्जाम्पल, बॉय,
कंट्री, रिवर, ब्रिज, सिटी, ईवनिंग। हाँ जी, कॉमन नाउन की हुंदा कि आम तौर पर जिहड़े आम नाम हुंदे आ किसी भी चीज़ का वो सारे कॉमन नाउन होंगे। जिस तरह एग्जाम्पल्स दी हुई सारिया। हाँ जी, कॉमन नाउन्स डोंट बिगिन विद द कैपिटल लैटर इफ़ द वर्ड इज़ इन द मिडल ऑफ अ सेंटेंस। हाँ जी, जे कॉमन नाउन सेंटेंस के किते विचकार आ जाता तो फिर उत्थे कैपिटल लैटर नाल नहीं लिखा जाता। लेट अस लुक एट सम सेंटेंसिस। नीचे कुछ एग्जाम्पल्स दी हुई सेंटेंसिस दियाँ देखो। नंबर 1 ते men are playing, 2 women are running, 3 these fruits are sweet, and 4 animals are beautiful। ठीक है, अब वर्ड्स दिते हुए ना वर्ड्स ये सारे की है कॉमन नाउन्स। हाँ जी, एक्टिविटी 7 राइट कॉमन नाउन्स इन द स्पेस गिवन एंड मेक स्मॉल सेंटेंसिस। हाँ जी, इत्थे तुसी की करना कॉमन नाउन पहला तुसी लिखना है, कोई भी कॉमन नाउन लिख के उस तो बाद उन्होंने यूज़ करके उहदे तो एक सेंटेंस बनाना। ठीक है, सारे ही पहला कॉमन नाउन लिख दो, उस तो बाद उन्होंने सेंटेंसिस दे विच चेंज करना। हाँ जी, नेक्स्ट इज़ प्रॉपर नाउन। अ प्रॉपर नाउन इज़ द नेम ऑफ अ पर्टिकुलर पर्सन, प्लेस और थिंग। एग्जाम्पल इंडिया, दिल्ली, मंडे, जमुना, अमन। तो इस तरह हुण जिहड़ा नैक्सट आ गया टाइप प्रॉपर नाउन। प्रॉपर नाउन आप कहते ना खास नाम जिहड़ा किसी पर्सन का नाम हुंदा, मेन जिहड़ा उहदा नाम रखा गया हुंदा किसी पर्सन का, प्लेस का जां थिंग का। ठीक है, तो आ नाल इहदियां एग्जाम्पल्स दित्तियां हुई हैं। हाँ जी, जिस तरह हुण आपां कह दिंदे आ कि एक गर्ल आ, है ना, शी इज़ अ गर्ल। तो उत्थे की है गर्ल की है कॉमन, बट वो गर्ल का जो नेम होएगा, ठीक है, वो की है प्रॉपर नाउन। लेट अस लुक एट सम सेंटेंसेस। नंबर 1 राधा इज़ प्लेइंग। नंबर 2 मिस्टर सेन एंड मिसिस सेन आर रनिंग। नंबर 3 मुंबई इज़ ब्यूटिफुल। नंबर 4 गोपाल स्लिप्ड इन द क्लास। हुण आ सारे जिहड़े बोल्ड वर्ड्स है ये सारे की है प्रॉपर नाउन। हाँ जी, नेक्स्ट इज़ एक्टिविटी 8 अंडरलाइन प्रॉपर नाउन्स एंड इनसर्कल कॉमन नाउन्स इन द स्टोरी गिवन बिलो। नीचे एक होर स्टोरी दित्ती हुई है, इनू तुसी रीड करना। रीड करन तो बाद जिहड़े भी तुहानूं इहदे विचों प्रॉपर नाउन मिले उन्हां नूं तुसी की करना अंडरलाइन, ते जिहड़े कॉमन नाउन होए उन्होंने की करना सर्कल। ठीक है, इस तरह स्टोरी है अमित सेल्स आइसक्रीम इन द अटल पार्क। His ice creams are of different flavors, strawberry, vanilla, chocolate and many more. Harjot wants some ice cream. He tells his mother, I want to go to the park to buy ice cream. Harjot's sister Jyoti laughs and claps her hands. She also loves ice cream. Mother says, I have to go to the grocer's and also to the supermarket. So let's go by our jeep. We will go to the park by Gandhi Road. There is less traffic there. We will reach the park soon and then we can buy ice cream there. Harjot and Jyoti are very happy. ठीक है, आ सारा स्टोरी एक दित्ती हुई है, ਇਹਦੇ ਚੋਂ ਤੁਸੀਂ प्रॉपर नाउन ते कॉमन नाउन्स वो फाइंड आउट करने। एक्टिविटी 9 Look at the picture given and list the common and proper nouns in the table given below। हुण नीचे एक पिक्चर दित्ती हुई है, उहदे विचों तुसीं कॉमन ते प्रॉपर नाउन्स लभणे आ। ठीक है, आ देखो ये पिक्चर दित्ती हुई ना, इहदे विचों तुसीं कॉमन नाउन लभ के एक लिस्ट कॉमन नाउन्स दी बना दो, ते प्रॉपर नाउन्स लभ के एक लिस्ट प्रॉपर नाउन्स दी बना दो। क्लियर? आ देखो नीचे टेबल दिता होया, इसी तरीके नाल तुसी अपनी रफ नोटबुक ते इहनूं बना सकते हैं। हाँ जी, नैक्सट इज़ रीडिंग अ शॉर्ट पैसेज। द राइट वे टू ब्रश। हाँ जी, हुण एक होर शॉर्ट पैसेज दिता होया कि ब्रश करन दा सही तरीका की हुंदा।
not many of us know how to brush our teeth properly। ਕਹਿੰਦਾ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਣੇ ਦੰਦਾਂ ਨੂੰ ਸਹੀ ਤਰੀਕੇ ਨਾਲ ਸਾਫ਼ ਕਿਵੇਂ ਕਰਨਾ। ਪ੍ਰੋਪਰ ਬਰਸ਼ਿੰਗ ਟੇਕਸ ਐਟ ਲੀਸਟ 2 minutes twice a day। ਕਹਿੰਦੇ ਕਿ ਜੇ ਆਪਾਂ ਸਹੀ ਤਰੀਕੇ ਨਾਲ ਬਰਸ਼ ਕਰਨਾ ਤਾਂ ਆਪਾਂ ਨੂੰ ਦਿਨ ਦੇ ਵਿੱਚ 2 ਵਾਰ ਘੱਟ ਤੋਂ ਘੱਟ 2 ਮਿੰਟ ਦੇ ਲਈ ਬਰਸ਼ ਕਰਨਾ ਚਾਹੀਦਾ। ਬਰਸ਼ਿੰਗ ਸ਼ੁੱਡ ਬੀ ਜੈਂਟਲ, ਅਤੇ ਬਰਸ਼ਿੰਗ ਜਿਹੜੀ ਆ ਉਹ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ, ਆਰਾਮ ਦੇ ਨਾਲ, ਹੌਲੀ ਹੌਲੀ। ਯੂਜ਼ ਸਮੋਲ ਹੈਡਡ ਟੂਥਬਰਸ਼ ਬਿਕੋਜ਼ ਇਟ ਕੈਨ ਰੀਚ ਆਲ ਦਾ ਏਰੀਆਜ਼ ਆਫ ਦਾ ਮਾਊਥ। ਅਤੇ ਜਿਹੜਾ ਵੀ ਤੁਸੀਂ ਟੂਥਬਰਸ਼ ਯੂਜ਼ ਕਰਦੇ ਆ ਉਹਦਾ ਉੱਪਰੋਂ ਜਿਹੜਾ ਹੈਡ ਹੁੰਦਾ ਉਹ ਛੋਟਾ ਹੋਣਾ ਚਾਹੀਦਾ ਤਾਂ ਕਿ ਉਹ ਸਾਰੇ ਮੂੰਹ ਦੇ ਅੰਦਰ ਸਾਰੇ ਜਿਹੜੇ ਕੋਰਨਰਸ ਜਾਂ ਏਰੀਆਜ਼ ਆ ਉੱਥੇ ਤੱਕ ਪਹੁੰਚ ਸਕੇ। You must clean the outer surfaces of your upper teeth and then your lower teeth। ਤੇ ਸਭ ਤੋਂ ਪਹਿਲਾਂ ਤੁਹਾਨੂੰ ਉੱਪਰ ਵਾਲੀ ਸਤ੍ਹਾ ਜਿਹੜੀ ਹੈਗੀ ਆ, ਠੀਕ ਹੈ, ਟੀਥ ਸੀ ਉਹ ਸਾਫ਼ ਕਰਨੀ ਚਾਹੀਦੀ ਆ, ਫਿਰ ਨੀਚੇ ਵਾਲੀ। You must clean the inner surfaces of your upper teeth and then your lower teeth। ਤੇ ਫਿਰ ਤੁਹਾਨੂੰ ਉੱਪਰ ਵਾਲੇ ਜਿਹੜੇ ਦੰਦਾਂ ਦੀ ਅੰਦਰਲੀ ਸਤ੍ਹਾ ਉਹ ਸਾਫ਼ ਕਰਨੀ ਚਾਹੀਦੀ ਆ, ਤੇ ਉਸ ਤੋਂ ਬਾਅਦ ਨੀਚੇ ਵਾਲੇ ਦੰਦਾਂ ਦੀ। Also clean the chewing ਸਰਫੇਸਿਸ। ਅਤੇ ਜਿਹੜੀ ਜਗ੍ਹਾ ਤੋਂ ਤੁਸੀਂ ਜਿਹੜੀ ਸਤ੍ਹਾ ਤੋਂ ਚਬਾਉਂਦੇ ਆ ਹੈ ਨਾ ਭੋਜਨ ਜਾਂ ਕੋਈ ਵੀ ਚੀਜ਼ ਆਪਾਂ ਖਾਂਦੇ ਹਾਂ, ਫਿਰ ਉਹਨਾਂ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਸਾਫ਼ ਕਰਨਾ ਚਾਹੀਦਾ। ਯੂ ਮਸਟ ਨਾਟ ਫੋਰਗੇਟ ਟੂ ਬਰਸ਼ ਯੂਅਰ ਟੰਗ ਟੂ। ਅਤੇ ਤੁਹਾਨੂੰ ਆਪਣੀ ਜੀਭ ਨੂੰ ਵੀ ਬਰਸ਼ ਦੇ ਨਾਲ ਸਾਫ਼ ਕਰਨਾ ਨਹੀਂ ਭੁੱਲਣਾ ਚਾਹੀਦਾ। ਬਰਸ਼ਿੰਗ ਆਫ ਟੰਗ ਰਿਮੂਵਸ ਬੈਕਟੀਰੀਆ ਐਂਡ ਫਰੈਸ਼ਨਸ ਦ ਬ੍ਰੈਥ। ਅਤੇ ਜੇ ਤੁਸੀਂ ਆਪਣੀ ਟੰਗ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਦੇ ਆ, ਉਹਦੇ ਤੋਂ ਜਿਹੜੇ ਜੀਵਾਣੂ ਹੁੰਦੇ, ਬੈਕਟੀਰੀਆ ਹੁੰਦੇ ਆ, ਉਹ ਸਾਫ਼ ਹੋ ਜਾਂਦੇ ਆ, ਅਤੇ ਤੁਹਾਡੀ ਸਾਹ ਜਿਹੜਾ ਉਹ ਵੀ ਤਾਜ਼ਾ ਹੋ ਜਾਂਦਾ, ਮੀਨਜ਼ ਤਾਜ਼ਗੀ ਆ ਜਾਂਦੀ ਹੈ ਆਪਣੀ ਸਾਹ ਦੇ ਅੰਦਰ। ਯੂ ਮਸਟ ਰੀਪਲੇਸ ਯੂਅਰ ਟੂਥਬਰਸ਼ ਐਵਰੀ 3 months। ਅਤੇ ਆਪਾਂ ਨੂੰ ਆਪਣਾ ਬਰਸ਼ ਹਰ 3 ਮਹੀਨੇ ਬਾਅਦ ਬਦਲਣਾ ਚਾਹੀਦਾ। ਯੂ ਮਸਟ ਆਲਸੋ ਚੇਂਜ ਯੂਅਰ ਟੂਥਬਰਸ਼ ਇਫ ਯੂ ਹੈਵ ਹੈਡ ਅ ਕੋਲਡ ਔਰ ਐਨੀ ਅਦਰ ਫੋਰਮ ਆਫ ਮਾਊਥ ਇਨਫੈਕਸ਼ਨ। ਅਤੇ ਤੁਹਾਨੂੰ ਆਪਣਾ ਬਰਸ਼ ਉਸ ਹਾਲਤ ਦੇ ਵਿੱਚ ਚੇਂਜ ਕਰ ਲੈਣਾ ਚਾਹੀਦਾ ਜੇਕਰ ਤੁਹਾਨੂੰ ਕੋਲਡ ਆ ਜਾਂ ਤੁਹਾਨੂੰ ਆਪਣੇ ਮੂੰਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਈ ਆ, ਤਾਂ ਤੁਹਾਨੂੰ ਬਰਸ਼ ਨੂੰ ਫਿਰ ਉਸ ਤੋਂ ਬਾਅਦ ਬਦਲਣਾ ਚਾਹੀਦਾ। ਇਟ ਇਜ਼ ਬਿਕੋਜ਼ ਦ ਬਰਸ਼ਿਜ਼ ਕੈਨ ਕਲੈਕਟ ਜਰਮਸ ਦੈਟ ਕੈਨ ਲੀਡ ਟੂ ਦ ਸੇਮ ਇਨਫੈਕਸ਼ਨ ਵੰਸ ਅਗੇਨ। ਅਤੇ ਇਹ ਤਾਂ ਕਰਨਾ ਚਾਹੀਦਾ ਕਿਉਂਕਿ ਜਿਹੜੇ ਬਰਸ਼ ਦੇ ਉੱਪਰ ਬਰਸ਼ ਹੁੰਦੇ ਨਾ, ਬ੍ਰਿਸਲਸ ਹੁੰਦੇ ਆ, ਬਾਲਸ ਜਿਸ ਤਰ੍ਹਾਂ ਹੁੰਦੇ ਆ, ਅਤੇ ਉਹਦੇ ਉੱਪਰ ਜਰਮਸ ਲੱਗ ਸਕਦੇ ਆ, ਜਿਹਦੇ ਨਾਲ ਜਿਹੜੀ ਇਨਫੈਕਸ਼ਨ ਆ ਉਹ ਫਿਰ ਹੋ ਸਕਦੀ ਹੈ। ਠੀਕ ਹੈ, ਇਹ ਸੀ ਇੱਕ ਛੋਟਾ ਚੈਪਟਰ ਪੈਸੇਜ ਦਿੱਤਾ ਹੋਇਆ ਸੀ, ਅਤੇ ਇਹਦੇ ਵਿੱਚੋਂ ਐਕਟੀਵਿਟੀ 10 ਹੈ, ਚੂਜ਼ ਦ ਕਰੈਕਟ ਆਪਸ਼ਨ। ਇਹ ਸਾਰੇ ਜਿਹੜੇ ਮਲਟੀਪਲ ਚੋਇਸ ਆ ਇਹਦੇ ਵਿੱਚ ਆਪਸ਼ਨਸ ਦਿੱਤੀਆਂ ਹੋਈਆਂ, ਅਤੇ ਤੁਸੀਂ ਇਹਨੂੰ ਰੀਡ ਕਰਕੇ ਉਸ ਤੋਂ ਬਾਅਦ ਜਿਹੜੀ ਵੀ ਆਪਸ਼ਨ ਕਰੈਕਟ ਆ ਉਹਨੂੰ ਤੁਸੀਂ ਟਿਕ ਕਰਨਾ। ਜਿਸ ਤਰ੍ਹਾਂ ਬਰਸ਼ਿੰਗ ਮਸਟ ਬੀ ਡਨ ਐਟ ਲੀਸਟ ABCD 4 ਆਂਸਰਸ ਦਿੱਤੇ ਆ, ਜਿਹੜਾ ਕਰੈਕਟ ਆ ਉਹਨੂੰ ਤੁਸੀਂ ਟਿਕ ਕਰ ਦਿਓ। ਵੀ ਸ਼ੁੱਡ ਚੇਂਜ ਆਰ ਟੂਥਬਰਸ਼ ਐਵਰੀ ਡੈਸ਼ ਮੰਥਸ। ਇਹ ਵੀ ਦੇਖੋ ਲਿਖਿਆ ਹੋਇਆ ਸੀ ਨਾ ਉੱਪਰ ਵੀ, ਕਿੰਨੀ ਵਾਰੀ ਕਰਨਾ ਚਾਹੀਦਾ। ਵੀ ਸ਼ੁੱਡ ਯੂਜ਼ ਲਾਰਜ ਹੈਡਡ ਟੂਥਬਰਸ਼, ਕਿ ਸਾਨੂੰ ਜਿਹੜਾ ਵੱਡਾ ਹੈਡ ਵਾਲਾ ਟੂਥਬਰਸ਼ ਯੂਜ਼ ਕਰਨਾ ਚਾਹੀਦਾ। ਇਹ ਤੁਸੀਂ ਦੇਖਣਾ ਹੁਣ ਵੀ ਟਰੂ ਆ, ਫਾਲਸ ਆ, ਨੋਟ ਗਿਵਨ ਆ, ਜਾਂ ਨਨ ਆਫ ਦੀਜ਼ ਆ। ਨੰਬਰ 4, ਵੀ ਸ਼ੁੱਡ ਬਰਸ਼ ਆਰ ਟੀਥ ਫॉर ਅਬਾਊਟ 2 minutes, 2 hours, 15 minutes, 30 seconds। Next is brushing of tongue removes। ਜੋ ਆਪਾਂ ਬਰਸ਼ ਕਰਦੇ ਆਪਣੀ ਟੰਗ ਨੂੰ, ਤੇ ਉਹ ਕੀ ਰਿਮੂਵ ਕਰਦੀ ਆ? ਵਾਇਰਸ, ਬੈਕਟੀਰੀਆ, ਸਲਾਈਵਾ, none of these। And learning to listen, activity 11 pair work। ਹਾਂਜੀ, ਇਹਦੇ 'ਚ ਕੀ ਲਿਖਿਆ? The teacher will read out the story to the students, listen to the story carefully and write the names of the people, animal from the story। ਹਾਂਜੀ, ਮੈਂ ਤਾਂ ਆਲਰੇਡੀ ਰੀਡ ਕਰ ਹੀ ਹਟੀ ਹੈ ਨਾ ਤੁਹਾਨੂੰ ਸਾਰੀ ਸਟੋਰੀ, ਅਤੇ ਤੁਸੀਂ ਇਸਦੀ ਧਿਆਨ ਨਾਲ ਸੁਣੀ ਵੀ ਹੋਏਗੀ। ਅਤੇ ਹੁਣ ਇਸ ਸਟੋਰੀ ਵਿੱਚੋਂ ਜਿਹੜੇ ਵੀ ਪੀਪਲਸ ਜਾਂ ਐਨੀਮਲਸ ਦੇ ਨੇਮ ਤੁਸੀਂ ਦੇਖੇ ਆ, ਉਹ ਤੁਸੀਂ ਸਾਰੇ ਨੀਚੇ ਉਹਦਾ ਫਸਟ ਲੈਟਰ ਤੁਹਾਨੂੰ ਹੈਜ਼ ਹਿੰਟ ਦਿੱਤਾ ਹੋਇਆ, ਤੁਸੀਂ ਉਹਨੂੰ ਕੰਪਲੀਟ ਕਰਨਾ। ਜਿਸ ਤਰ੍ਹਾਂ ਏ 'ਤੇ ਲਿਖਿਆ ਹੋਇਆ ਨਾ ਸੀ ਤੋਂ ਕੀ ਸੀ? ਕਾਓ। ਬੀ ਹੈਨ, ਐਚ ਤੋਂ ਕੀ ਬਣ ਗਿਆ? ਹੈਨ। ਇਸੇ ਤਰ੍ਹਾਂ 1 ਤੋਂ ਲੈ ਕੇ 7 ਤੱਕ ਲੈਟਰਸ ਦਿੱਤੇ ਹੋਏ ਆ, ਇਹ ਤੁਸੀਂ ਸਟੋਰੀ ਦੇ ਅਕੋਰਡਿੰਗ ਕੰਪਲੀਟ ਕਰਨੇ ਆ। ਨਾਓ ਸੇ ਦੈਮ ਅਲਾਊਡ ਟੂ ਯਰ ਪਾਰਟਨਰ। ਹਾਂਜੀ, ਪੇਅਰ ਵਰਕ ਮੀਨਸ ਤੁਸੀਂ ਉਹਨੂੰ ਲਿਖਣ ਤੋਂ ਬਾਅਦ ਜੋ ਵੀ ਤੁਹਾਡਾ ਪਾਰਟਨਰ ਆ ਉਹਨੂੰ ਤੁਸੀਂ ਸੁਣਾਉਣੇ ਆ। ਠੀਕ ਹੈ,
ਤੇ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਆਪਣੇ ਬ੍ਰਦਰ ਸਿਸਟਰ ਉਹਨਾਂ ਨੂੰ ਸੁਣਾ ਸਕਦੇ ਆ ਨਾ। ਸਕੂਲ ਦੇ ਵਿੱਚ ਤਾਂ ਆਪਾਂ ਫਰੈਂਡਸ ਨੂੰ ਸੁਣਾ ਦਿੰਦੇ ਹਾਂ, ਅਤੇ ਤੁਸੀਂ ਘਰ ਰਹਿ ਕੇ ਹੁਣ ਸਟੱਡੀ ਕਰ ਰਹੇ ਹੋ, ਤੁਸੀਂ ਆਪਣੇ ਬ੍ਰਦਰ ਜਾਂ ਸਿਸਟਰਸ ਨੂੰ ਸੁਣਾ ਸਕਦੇ ਹੋ। ਲਰਨਿੰਗ ਟੂ ਸਪੀਕ 5 sentences about cow in your group using the following hints। ਹੁਣ ਤੁਸੀਂ ਕਾਓ ਦੇ ਨਾਲ ਰਿਲੇਟਡ 5 sentences ਲਿਖਣੇ ਆ ਨੀਚੇ ਤੁਹਾਨੂੰ ਵਰਡਸ ਦਿੱਤੇ ਹੋਏ ਆ, ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਆ। ਮਿਲਕ, ਕਰੀਮ, ਬਟਰ, ਮੂ, ਕਾइंड ਐਨੀਮਲ, ਡਿਲੀਸ਼ੀਅਸ ਥਿੰਗਸ ਐਂਡ ਹੌਰਨਸ। ਠੀਕ ਹੈ, ਇਹਨਾਂ 'ਚੋਂ ਤੁਸੀਂ ਯੂਜ਼ ਕਰਕੇ ਸੈਂਟੈਂਸਿਸ ਬਣਾਉਣੇ ਆ। ਐਕਟੀਵਿਟੀ 13, fill in the blanks using the information given in activity 12। ਹਾਂਜੀ, ਇਹ ਵਾਲੀ ਐਕਟੀਵਿਟੀ ਉੱਪਰ ਵਾਲੀ ਐਕਟੀਵਿਟੀ ਦੇ ਨਾਲ ਹੀ ਰਿਲੇਟਡ ਹੈ। ਠੀਕ ਹੈ, ਇਹਦੇ 'ਚ ਵੀ ਫਿਲ ਇਨ ਦਾ ਬਲੈਂਕਸ ਹੈ, ਤੁਸੀਂ ਉਹਦੇ ਵਿੱਚੋਂ ਵਰਡਸ ਦੇਖ ਕੇ ਇਹਨੂੰ ਫਿਲ ਕਰ ਸਕਦੇ ਆ। ਠੀਕ ਹੈ, ਅ ਕਾਓ ਇਜ਼ ਅ ਡੈਸ਼ ਐਨੀਮਲ, ਕਾਓ ਗਿਵਸ ਅਸ ਅ ਲੋਟ ਆਫ ਡੈਸ਼, ਇਟ ਗਿਵਸ ਅਸ ਡੈਸ਼, we can make many dash from cow's milk like custard and dash, though it has big dash we should not be afraid of it। and last is 6 number, it is a friendly dash। now remove the numbers and put the sentences above in a paragraph form cow। ਹਾਂਜੀ, ਹੁਣ ਜਿਹੜੀਆਂ 6 ਤੁਸੀਂ ਲਾਈਨਸ ਦੇਖੀਆਂ ਉੱਪਰ ਨੰਬਰਸ ਅੱਗੇ ਲਿਖੇ ਹੋਏ ਆ, ਜਦੋਂ ਇਹ ਕੰਪਲੀਟ ਹੋ ਜਾਣ ਉਸ ਤੋਂ ਬਾਅਦ ਤੁਸੀਂ ਇਹੀ ਸੇਮ ਲਾਈਨਸ ਨੂੰ ਨੀਚੇ ਪੈਰਾਗ੍ਰਾਫ ਦੇ ਵਿੱਚ ਲਿਖਣਾ। ਤੁਸੀਂ ਉਹਦੇ ਅੱਗੇ ਨੰਬਰਸ ਨਹੀਂ ਪਾਉਣੇ, ਜਿੱਥੇ ਇੱਕ ਸੈਂਟੈਂਸ ਖਤਮ ਹੋ ਗਿਆ ਉਸ ਦੇ ਨਾਲ ਹੀ ਨੈਕਸਟ ਸੈਂਟੈਂਸ ਸਟਾਰਟ ਕਰਕੇ ਇਹਨੂੰ ਇੱਕ ਪੈਰਾਗ੍ਰਾਫ ਫਾਰਮ ਦੇ ਵਿੱਚ ਕੰਪਲੀਟ ਕਰ ਦੇਣਾ। ਓਕੇ, ਹਾਂਜੀ। ਨੈਕਸਟ ਇਜ਼ ਲਰਨਿੰਗ ਟੂ ਯੂਜ਼ ਲੈਂਗੁਏਜ, ਐਕਟੀਵਿਟੀ 4, ਅਤੇ ਆਈ ਥਿੰਕ ਇਹ ਲਾਸਟ ਹੈ ਤੁਹਾਡੀ ਐਕਟੀਵਿਟੀ। ਐਕਟੀਵਿਟੀ 14, have you seen a buffalo? How does it look like? Write 5 sentences on a buffalo on your own। ਹਾਂਜੀ, ਕੀ ਤੁਸੀਂ ਕਦੀ ਬਫਲੋ ਦੇਖੀ ਆ, ਮੱਝ ਦੇਖੀ ਆ, ਇਹ ਕਿਸ ਤਰ੍ਹਾਂ ਦੀ ਹੁੰਦੀ ਆ, ਅਤੇ ਉਹਦੇ ਉੱਪਰ ਤੁਸੀਂ 5 sentences ਲਿਖਣੇ ਆ। ਇਹ ਤਾਂ ਸਾਰੇ ਬੱਚੇ ਲਿਖ ਸਕਦੇ ਆ। ਠੀਕ ਹੈ, ਆ ਦੇਖੋ ਨੀਚੇ ਸਪੇਸ ਵੀ ਹੈ, ਅਤੇ ਤੁਸੀਂ ਕੀ ਕਰ ਸਕਦੇ ਆ, ਤੁਸੀਂ ਇਹ ਸਾਰਾ ਐਕਟੀਵਿਟੀਜ਼ ਸਾਰਾ ਜਿਹੜਾ ਬੁੱਕ ਵਰਕ ਹੈ, ਐਕਸਰਸਾਈਜ਼ਿਜ਼ ਆ, ਇਹ ਤੁਸੀਂ ਆਪਣੀ ਰਫ ਕਾਪੀ ਦੇ ਉੱਪਰ ਕਰਨਾ, ਫੇਅਰ ਕਾਪੀ 'ਤੇ ਹਜੇ ਨਹੀਂ ਕਰਨਾ। ਠੀਕ ਹੈ, ਪਹਿਲਾਂ ਤੁਸੀਂ ਰਫ 'ਤੇ ਕਰੋਗੇ, ਉਸ ਤੋਂ ਬਾਅਦ ਉਹਦੀ ਕਰੈਕਸ਼ਨ ਹੋਣ ਤੋਂ ਬਾਅਦ ਤੁਸੀਂ ਇਹਨੂੰ ਸਾਰੇ ਨੂੰ ਆਪਣੀ ਫੇਅਰ ਨੋਟਬੁੱਕਸ ਦੇ ਉੱਪਰ ਨੋਟ ਡਾਊਨ ਕਰੋਗੇ। ਠੀਕ ਹੈ, ਸੋ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸਣਾ ਕਿ ਤੁਹਾਨੂੰ ਸਟੋਰੀ ਕਿਸ ਤਰ੍ਹਾਂ ਦੀ ਲੱਗੀ। ਠੀਕ ਹੈ, ਸਮਝ ਆਈ? ਐਂਡ ਇਫ ਯੂ ਫਾਈਂਡ ਐਨੀ ਡਿਫਿਕਲਟੀ let me know, I'll solve it। ठीक है, thank you so much students।